ਸਤਿ ਸ਼੍ਰੀ ਅਕਾਲ ਜੀ। ਤੁਹਾਡੇ ਸਾਰਿਆਂ ਦੀ ਰਾਜੀ ਖੁਸ਼ੀ ਦੀ ਅਰਦਾਸ ਦੇ ਨਾਲ ਅੱਜ ਅਸੀਂ ਇੰਗਲੈਂਡ ਦੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਫਰਜ਼ੰਦ ਮਹਾਰਾਜਾ ਦਲੀਪ ਸਿੰਘ ਦੇ ਸਮਾਧ 'ਤੇ ਆਏ ਹਾਂ ਅਤੇ ਇੱਥੋਂ ਆਪਾਂ ਸ਼ੁਰੂ ਕਰਦੇ ਹਾਂ। ਸਾਰਾ ਜਗ੍ਹਾ ਦਾ ਨਾਮ, ਸ਼ਹਿਰ ਦਾ ਨਾਮ ਮੈਂ ਲਿਖ ਦਿੰਦਾ ਮੈਨੂੰ। ਸਾਡੇ ਨਾਲ ਸਾਨੂੰ ਇਹ ਸਾਡੇ ਖਾਲਸਾ ਜੀ ਸਾਡੇ ਨਾਲ ਨੇ ਅਤੇ ਗੁਰ ਔਜਲਾ ਭਾਜੀ, ਖੰਡਾ ਭਾਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਇਹ ਭਾਜੀ ਜਿਹੜੀ ਆਪਾਂ ਸਮਾਧ 'ਤੇ ਆਏ ਹਾਂ, ਇਹ ਸਮਾਧ ਹੈ ਇੱਥੇ ਕਿੱਦਾਂ ਹੈਗਾ? ਇੱਥੇ ਮਹਾਰਾਜਾ ਦਲੀਪ ਸਿੰਘ ਜੀ, ਉਹਨਾਂ ਦੀ ਸਿੰਘਣੀ ਅਤੇ ਉਹਨਾਂ ਦੇ ਬੇਟੇ, ਉਹਨਾਂ ਦੀ ਇੱਥੇ ਗਰੇਵ ਹੈ ਜੀ। ਇਹ ਅਸਟੇਟ ਸੀਗੀ ਥੈਟਫੋਰਡ, ਐਲਬਰਟੀਨ ਸਟੇਟ ਦੇ ਵਿੱਚ ਮਹਾਰਾਜਾ ਸਾਹਿਬ ਨੂੰ ਰੱਖਿਆ ਸੀ ਜਦੋਂ ਗੋਰੇ ਉੱਥੋਂ ਛੋਟੀ ਉਮਰ ਦੇ ਵਿੱਚ ਅਗਵਾ ਕਰਕੇ ਲੈ ਕੇ ਆਏ ਉਹਨਾਂ ਨੂੰ, ਅਤੇ ਅਗਵਾ ਕਰਨ ਤੋਂ ਲਿਆ ਕੇ ਇੱਥੇ ਫਿਰ ਉਹਨਾਂ ਦਾ ਧਰਮ ਤਬਦੀਲ ਕੀਤਾ ਗਿਆ ਜੀ, ਕ੍ਰਿਸਚਨ ਬਣਾਤਾ ਉਹਨਾਂ ਨੂੰ। ਹਾਂਜੀ, ਇਹ ਸਟੇਟ ਹੈ ਜਿਹੜੀ ਥੈਟਫੋਰਡ ਹੈ, ਇਹ ਬਿਲਕੁਲ ਉਹੋ ਜਿਹਾ ਜਿਵੇਂ ਆਪਣਾ ਮਾਝੇ ਦਾ ਏਰੀਆ ਜਾਂ ਬਾਹਰ ਜਿਵੇਂ ਜੰਗਲਾਂ ਦਾ ਏਰੀਆ ਹੁੰਦਾ ਸੀ ਪਹਿਲਾਂ, ਇਹ ਉਹੋ ਜਿਹਾ ਏਰੀਆ ਸੀ। ਇੱਥੇ ਉਹਨਾਂ ਨੂੰ ਲਿਆ ਕੇ ਰੱਖਿਆ ਸੀ ਵੀ ਉਹਨਾਂ ਨੂੰ ਮਹਿਸੂਸ ਨਾ ਹੋਵੇ ਵੀ ਉਹ ਕਿਤੇ ਦੂਰ ਆ ਗਏ। ਫਿਰ ਇੱਥੇ ਧਰਮ ਚੇਂਜ ਕਰਕੇ ਉਹਨਾਂ ਨੂੰ ਉਹੋ ਜਿਹੀ ਸੁਸਾਇਟੀ ਦੇ ਵਿੱਚ ਰੱਖਿਆ ਗਿਆ ਵੀ ਜਿੱਥੇ ਪੈਸਾ, ਸ਼ਰਾਬ, ਕਬਾਬ, ਸ਼ਵਾਬ, ਇਹੋ ਜਿਹੀਆਂ ਚੀਜ਼ਾਂ ਉਹਨਾਂ ਦੇ ਆਲੇ ਦੁਆਲੇ ਕੀਤੀਆਂ ਗਈਆਂ। ਉਹਨਾਂ ਨੂੰ ਧਰਮ ਤੋਂ, ਰਾਜ ਤੋਂ ਦੂਰ ਕੀਤਾ ਗਿਆ। ਫਿਰ ਜਦੋਂ ਮਹਾਰਾਣੀ ਜਿੰਦ ਕੌਰ ਜੀ ਨੂੰ ਉਹ ਮਿਲੇ ਨੇ, ਫਿਰ ਮਹਾਰਾਣੀ ਜਿੰਦ ਕੌਰ ਜੀ ਉਹਨਾਂ ਨੂੰ ਜਦੋਂ ਸਾਰਾ ਸੁਨੇਹਾ ਆਪਣੇ ਪੰਜਾਬ ਦਾ, ਆਪਣੇ ਧਰਮ ਦਾ ਜਦੋਂ ਚੇਤੇ ਕਰਾਇਆ ਕਿ ਵੀ ਤੂੰ ਕੌਣ ਹੈ, ਮਹਾਰਾਜਾ ਰਣਜੀਤ ਸਿੰਘ ਜੀ ਕੌਣ ਸੀ ਸ਼੍ਰੀ ਪੰਜਾਬ ਦੇ, ਫਿਰ ਉਸ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ 'ਚ ਵੱਡੀ ਤਬਦੀਲੀ ਆਈ। ਫਿਰ ਗੁਰੂ ਵਾਲੇ ਬਣੇ। ਚਾਰ ਕੁ ਮਹੀਨੇ ਬਾਅਦ ਇੱਥੇ ਮਹਾਰਾਜਾ ਸਾਹਿਬ ਕੋਲੇ ਹਾਜ਼ਰੀ ਲਵਾਉਣ ਆਈ ਦੀ ਹੈ। ਉਦੋਂ ਅਰਦਾਸ ਇਹੀ ਕਰੀ ਦੀ ਹੈ ਕਿ ਮਹਾਰਾਜ ਕਿਰਪਾ ਕਰਨ, ਗੁਰੂ ਸਾਹਿਬ ਕਿਰਪਾ ਕਰਨ, ਮਹਾਰਾਜਾ ਸਾਹਿਬ ਆਪਦੇ ਉਸ ਪੰਜਾਬ ਦੀ ਧਰਤੀ 'ਤੇ ਜਾਣ ਜਿੱਥੇ ਜਾਣਾ ਉਹਨਾਂ ਦਾ ਸੁਪਨਾ ਸੀ। ਇਹ ਸਾਡੇ ਮਹਾਰਾਜਾ, ਆਖਰੀ ਮਹਾਰਾਜਾ। ਇਹਨਾਂ ਤੋਂ ਬਾਅਦ ਅਸੀਂ ਕਦੀ ਗੋਰਿਆਂ ਲਈ ਲੜੇ, ਕਦੀ ਸਾਡੇ ਪੁਰਖੇ ਜੋ ਦਿੱਲੀ ਦੇ ਗੁੜਗਾਵਾਂ, ਫਰੀਦਾਬਾਦ, ਇੱਥੋਂ ਲੈ ਕੇ ਕਾਬੁਲ, ਕੰਧਾਰ ਤੱਕ ਦਾ ਪੰਜਾਬ, 3.5 ਲੱਖ ਵਰਗ ਕਿਲੋਮੀਟਰ ਦਾ ਪੰਜਾਬ, ਉਹ ਵੱਢ ਟੁੱਕ ਕੇ ਪਾਕਿਸਤਾਨ ਭੇਜ ਦਿੱਤਾ। ਅੱਧਾ 2 ਲੱਖ ਵਰਗ ਕਿਲੋਮੀਟਰ ਉੱਧਰ ਗਿਆ। ਫਿਰ ਉਸ ਦੇ 3 ਟੁਕੜੇ ਕਰਤੇ ਥੋੜ੍ਹੇ ਟਾਈਮ ਬਾਅਦ। ਹਰਿਆਣਾ ਬਣਾਤਾ, ਹਿਮਾਚਲ ਬਣਾਤਾ, ਚੰਡੀਗੜ੍ਹ ਕੱਢਤਾ। ਇੱਥੇ ਆ ਕੇ ਭਾਜੀ ਨੇ, ਅਵਤਾਰ ਭਾਜੀ ਨੇ, ਜਦੋਂ ਉੱਧਰ ਪਿੱਛੇ ਖੜੇ ਸੀ ਆਪਾਂ ਦੱਸ ਰਹੇ ਭਾਜੀ, ਤੇ ਮੈਨੂੰ ਪਤਾ ਨਹੀਂ ਸੀ ਕਿ ਆਪਾਂ ਮਹਾਰਾਜਾ ਸਾਹਿਬ ਦੇ ਬਿਲਕੁਲ ਨਜ਼ਦੀਕ ਹੀ ਖੜੇ ਹਾਂ। ਔਰ ਵਾਕਈ ਸ਼ਬਦ ਨਹੀਂ ਹੈਗੇ, ਬੋਲਣ ਨੂੰ ਕੁਛ ਨਹੀਂ ਹੈਗਾ, ਬਸ ਕੁਛ ਅਲੱਗ ਹੀ ਫੀਲ ਹੁੰਦਾ।
ਕੋਈ ਇਤਿਹਾਸਕ ਗੁਰਦੁਆਰਾ ਸਾਹਿਬ ਹੁੰਦਾ ਹਰੇਕ ਮੁਹੱਲੇ ਏਰੀਏ ਦੇ ਵਿੱਚ। ਇੱਥੇ ਦੀ ਇਹ ਸਟੇਟ ਹੈ। ਇਸ ਸਟੇਟ ਦਾ ਜਿਹੜਾ ਇਹਨਾਂ ਨੂੰ ਦਿੱਤਾ ਹੈ ਭਾਈ ਏਰੀਆ ਮਹਾਰਾਜਾ ਸਾਹਿਬ ਨੂੰ, ਇਹ ਕਿੰਨਾ ਏਰੀਆ ਹੋਣਾ ਹੈ ਸਾਰਾ ਆਸ-ਪਾਸ ਜਿਹੜਾ ਇਸ ਸਟੇਟ ਦਾ ਜਿਹੜਾ ਹੋਣਾ? ਇਹ ਬਹੁਤ ਵੱਡਾ ਸੀਗਾ ਜੀ। ਹੁਣ ਤਾਂ ਨਾ ਜਾਣੀ ਜਿਵੇਂ ਕਿ ਇਹਦੇ 'ਚ ਥੋੜ੍ਹਾ ਜਿਹਾ ਅੱਡ ਵਿਕ ਗਿਆ ਕਈ ਹਜ਼ਾਰ ਵਰਗ ਦੇ ਹਿਸਾਬ ਦੇ ਨਾਲ ਸੀ। ਇੱਕ ਜਗ੍ਹਾ ਮੈਂ ਲਿਖਿਆ ਸੀ ਇੱਥੇ ਨਾ ਆਹ ਚਰਚ ਹੈ ਤੇ ਉਧਰਲੇ ਪਾਸੇ ਕਲੀਅਰ ਹੈ ਜੀ। ਹਾਂਜੀ ਫੈਮਿਲੀ ਨੇ ਬਾਤ ਕਰਦਾ ਵੇਲਾ ਕਰਕੇ ਜਿਹੜੇ ਦਰਖਤ ਨੇ ਉਹ ਝੜ ਗਏ ਨੇ ਪੱਤੇ, ਤੇ ਉਹਨਾਂ ਦੇ ਵਿੱਚੋਂ ਥੋੜੀ ਜੀ ਸਟੇਟ ਦਿਖੂਗੀ। ਗਿਨੀਜ਼ ਇੱਕ ਬੀਅਰ ਆਂਦੀ ਹੈ, ਸ਼ਾਇਦ ਗਿਨੀਜ਼ ਬੁੱਕ ਵਾਲਿਆਂ ਦਾ ਹੀ ਹੈ ਭਾਜੀ। ਉਹ ਵੀ ਉਹ ਜਿਹੜੀ ਉਹ ਜੋ ਫੈਮਿਲੀ ਹੈ ਉਹ ਹੁਣ ਜੋ ਮਹਾਰਾਜਾ ਸਾਹਿਬ ਦਾ ਘਰ ਸੀਗਾ ਉੱਥੇ ਹੁਣ ਗਿਨੀਜ਼ ਵਾਲੇ ਉਹ ਫੈਮਿਲੀ ਉਹ ਰਹਿੰਦੇ ਨੇ ਆਪਣੀ। ਉਹ ਹੁਣ ਉਹ ਦੇਖੋ ਜਿੱਥੇ ਉਹ ਕਵਰ ਕੀਤਾ ਹੋਇਆ ਨਾ ਜੀ, ਚਿੱਟੀ ਜੀ ਦੀਦੀ ਦੇਖਦੀ ਆ। ਹਾਂ ਇਹ ਇੱਥੇ ਜਾਣੀ ਸਾਰਾ ਕੰਮ ਚੱਲ ਰਿਹਾ ਵਾ, ਕਲੀਨਿੰਗ ਜਿਹੜੀ ਪੱਥਰਾਂ ਦੀ ਬਾਹਰੋਂ, ਤੇ ਉਹ ਸਾਰੀ ਤਾਂ ਕਵਰ ਕੀਤੀ ਵੀ ਇਹ ਸਾਰਾ ਪਿੱਛੇ ਇੱਕ ਹਿਸਾਬ ਦਾ ਪੈਲੇਸ ਹੈ ਜੀ ਬਹੁਤ ਵੱਡਾ। ਹਾਂ ਇੱਥੇ ਉਹ ਮਹਾਰਾਜਾ ਸਾਹਿਬ ਇਹਦੇ ਵਿੱਚ ਰਹਿੰਦੇ ਸੀ, ਪੈਲੇਸ ਵਿੱਚ। ਐਲਬਰਡੀਨ ਐਸਟੇਟ ਇਹਨੂੰ ਕਿਹਾ ਜਾਂਦਾ। ਉਹ ਪਿੱਛੇ ਜੋ ਕਵਰ ਕੀਤੀ ਹੋਈ ਇਹਦੇ ਵਿੱਚ ਭਾਈ ਦੱਸ ਰਿਹਾ ਕੁਝ ਕੰਮ ਚੱਲਦਾ ਪਿਆ, ਔਰ ਇੱਥੇ ਭਾਈ ਇਹਨਾਂ ਦਾ ਮਹਾਰਾਜਾ ਸਾਹਿਬ ਦਾ ਪੈਲੇਸ ਇੱਥੇ ਸੀਗਾ। ਇਹ ਸਾਰਾ ਕਵਰ ਕੀਤਾ ਹੋਇਆ ਇਹ ਪੈਲੇਸ ਹੀ ਹੈ ਜੀ, ਸਾਰਾ ਉਸੇ ਤਰ੍ਹਾਂ ਹੀ ਹੈ। ਤੇ ਤਕਰੀਬਨ 2 ਸਾਲ ਹੋ ਗਏ ਕੰਮ ਚੱਲਦੇ ਨੂੰ। ਇੱਥੋਂ ਐਂਟਰੀ ਹੈ ਜੀ। ਆ ਜਿਹੜਾ ਘਰ ਜਾ ਇੱਥੇ ਬਾਹਰ, ਜਿਵੇਂ ਕਿ ਅੱਗੇ ਜਿਹੜੇ ਤੁਹਾਡੇ ਬਾਹਰ ਰਾਖੀ ਕਰਨ ਵਾਲੇ ਘਰ ਦੇ ਜੀ ਹੁੰਦੇ ਸੀ ਐਂਟਰੀ ਸਿਕਿਉਰਿਟੀ ਦੇ ਲਈ, ਉਹ ਜਿਹਾ ਘਰ ਸੀ। ਹੁਣ ਸ਼ਾਇਦ ਇਹ ਕਿਸੇ ਹੋਰ ਨੂੰ ਵੇਚ ਦਿੱਤਾ, ਕੋਈ ਹੋਰ ਇੱਥੇ। ਪਿੱਛੇ ਇਹ ਚਰਚ ਸੀਗੀ ਇਸ ਸਟੇਟ ਦੀ, ਤੇ ਪਿੱਛੇ ਸਾਰਾ ਕੁਝ ਕਾਫੀ ਏਕੜ 'ਚ ਫੈਲੀ ਹੋਈ ਹੈ ਬਹੁਤ ਬਈ 2000 ਵਰਗ ਕੋਈ ਸਮਥਿੰਗ, ਹੁਣ ਮੈਨੂੰ ਪ੍ਰੋਪਰ ਯਾਦ ਨਹੀਂ। ਤੇ ਕਿਉਂਕਿ ਜਿਹਦੇ ਕਈ ਇੱਥੇ ਜ਼ਮੀਨਾਂ ਵੇਚਣੀਆਂ ਕੁਝ ਹੋਣੀਆਂ, ਉਹਦੇ ਕਰਕੇ ਪ੍ਰੋਪਰ ਹੈ ਨਹੀਂਗਾ, ਹੈ ਨਾ। ਹੁਣ ਐਸਟੀਮੇਟ ਆਪਾਂ ਨੂੰ ਕਿਤਾਬ 'ਚੋਂ ਲੱਭਣਾ ਪੈਣਾ ਕਿੰਨੀ ਰਹਿ ਗਈ ਕਿੰਨੀ ਰਹਿ ਗਈ। ਚਲੋ ਹੁਣ ਮੈਨੂੰ ਲੱਗਦਾ ਆਹ ਡੋਰ ਖੁੱਲ੍ਹਾ ਹੀ ਆ ਬਾਈ ਜੀ, ਤੇ ਆਪਾਂ ਮੈਨੂੰ ਲੱਗਦਾ ਨੇੜੇ ਪਹੁੰਚ ਸਕਦੇ ਹਾਂ, ਦੇਖ ਸਕਦੇ ਬਾਹਰੋਂ ਤਾਂ। ਜੀ ਆ ਸਬੱਬੀ ਆ ਡੋਰ ਨਹੀਂ ਤਾਂ ਬੰਦ ਹੁੰਦਾ, ਪਤਾ ਨਹੀਂ ਕਿਵੇਂ ਖੁੱਲ੍ਹ ਗਿਆ ਅੱਜ। ਮਹਾਰਾਜ ਸਾਹਿਬ ਪੰਜਾਬ ਦੇ। ਹਾਂ ਅੱਜ ਸਪੈਸ਼ਲ ਇਹ ਡੋਰ ਖੁੱਲਿਆ ਹੋਇਆ, ਨਹੀਂ ਤੇ ਭਾਈ ਦੱਸ ਰਹੇ ਕਿ ਅੰਦਰ ਆ ਨਹੀਂ ਸਕਦੇ ਇੱਧਰ। ਤੇ ਅੱਜ ਕਿਸੇ ਨੇ ਪ੍ਰੋਪਰਟੀ ਕਰਕੇ ਨਾ ਜੀ, ਕਿਸੇ ਨੇ ਰੋਕਿਆ ਨਹੀਂ ਔਰ ਅਸੀਂ ਆਈ ਜਾ ਰਹੇ ਹਾਂ। ਸ਼ਾਇਦ ਇਹ ਸਬੱਬੀ ਆ ਵੀ ਆਪਾਂ ਉਹ ਦਰਸ਼ਨ ਕਰਨ ਦੀ ਵਿਧੀ ਇਹੋ ਜਿਹੀ ਬਣ ਗਈ ਵੀ ਹੁਣ ਆਏ ਆ ਮਹਾਰਾਜਾ ਸਾਹਿਬ ਨੂੰ। ਸੌਆਂ ਦੇ ਹਿਸਾਬ ਨਾਲ ਕਮਰੇ ਨੇ ਜੀ ਅੰਦਰ। ਹੁਣ ਤੁਸੀਂ ਇਹ ਦੇਖ ਲਓ, ਕਿਸੇ ਬੰਦੇ ਦੇ ਕੋਲੇ 2 ਕਮਰੇ ਹੋਣ ਅੱਜ ਦੇ ਇੱਥੇ ਇੰਗਲੈਂਡ ਦੇ ਵਿੱਚ, 2 ਕਮਰੇ ਦਾ ਵੀ ਜਿਹੜਾ ਘਰ ਹੈ ਤੇ ਉਹ ਘੱਟੋ ਘੱਟ 1.5 ਲੱਖ ਪਾਉਂਡ ਦਾ ਹੈ ਜੀ, ਸਭ ਤੋਂ ਸਸਤੇ ਏਰੀਏ ਦੇ ਵਿੱਚ। ਤੇ ਇਹ ਦੇਖ ਲਓ ਹੁਣ ਉਸ ਸਮੇਂ ਕਿੰਨੇ ਲੱਖਾਂ ਪਾਉਂਡਾਂ ਦਾ ਹੋਣਾ ਇਹ, ਜਿਹਨੂੰ ਲੱਤ ਮਾਰ ਕੇ ਉੱਠ ਗਏ ਇੱਥੋਂ ਵੀ ਸਿਰਫ ਇਸ ਲਈ ਕਿ ਵੀ ਸਾਡੇ ਪੰਜਾਬ ਨੂੰ, ਸਾਡੇ ਲੋਕਾਂ ਨੂੰ, ਸਾਡੇ ਧਰਮ ਨੂੰ ਲੋੜ ਹੈ। ਇਹ ਬਹੁਤ ਤਕੜੀ ਟ੍ਰੈਜਡੀ ਰਹੀ ਹੈ ਕਿ ਮਹਾਰਾਜਾ ਦਲੀਪ ਸਿੰਘ ਜੀ ਨੂੰ ਸਾਡੇ ਲੋਕਾਂ ਨੇ ਕਦੇ ਐਜ਼ ਏ ਹੀਰੋ, ਐਜ਼ ਏ ਸਾਡਾ ਰੋਲ ਮਾਡਲ ਦੇਖਿਆ ਹੀ ਨਹੀਂ ਹੈਗਾ। ਕਿਉਂਕਿ ਲੋਕਾਂ ਦੇ ਪ੍ਰਚਾਰ ਹੇਠ, ਜਿਵੇਂ ਦੀਪ ਬਾਈ ਜੀ ਉਹਨਾਂ ਦੇ ਨਾਲ ਜੋ ਘਟਨਾ ਘਟੀ ਹੈ, ਵੀ ਲੋਕਾਂ ਨੇ ਆਪਦਾ ਹੀਰੋ ਨਹੀਂ ਮੰਨਿਆ ਜਿੰਨਾ ਚਿਰ ਉਹ ਜਿਉਂਦੇ ਰਹੇ ਨੇ। ਹਾਲਾਂਕਿ ਸਾਰਾ ਕੁਝ ਛੱਡ ਕੇ ਪੰਜਾਬ ਦੇ ਖਾਤਰ, ਲੋਕਾਂ ਦੇ ਖਾਤਰ ਆ ਕੇ ਲੋਕਾਂ ਨੂੰ ਸਮਝਾਉਂਦੇ। ਲੋਕਾਂ ਨੇ ਉਹ ਸਰਕਾਰੀ ਪ੍ਰਭਾਵ ਅਧੀਨ ਮੰਨੇ ਨਹੀਂ, ਤੇ ਇਹੀ ਮਹਾਰਾਜਾ ਦਲੀਪ ਸਿੰਘ ਜੀ ਨਾਲ ਹੋਇਆ। ਬਾਦਲ ਕਾਂਗਰਸੀ ਇਹਨਾਂ ਚੋਂ ਨਹੀਂ ਨਿਕਲ ਰਹੇ ਲੋਕ। ਇਹੀ ਬਾਈ ਆਹ ਚੀਜ਼ਾਂ ਦਾ ਸਮਝਾਉਂਦਾ ਚੱਲ ਗਿਆ ਲੀਡ ਕਲਾਸ ਦੀ, ਉਹਨਾਂ ਨੂੰ ਵੀ ਤੁਸੀਂ ਨਿਊ ਵਰਲਡ ਆਰਡਰ ਦੇ ਅਗੇਂਸਟ ਲੜ ਰਹੇ ਹੋ ਅਸੀਂ। ਤੇ ਇਹ ਲੋਕ ਬਾਈ ਨੂੰ ਬਾਦਲਾਂ, ਝਾੜੂਆਂ ਇਹਨਾਂ ਦੇ ਵਿੱਚ ਹੀ ਵੇਖਦੇ ਰਹੇ। ਆਹ ਮਹਾਰਾਜਾ ਦਲੀਪ ਸਿੰਘ ਜੀ,
ਇਹਦੇ ਵਿੱਚ ਰਹਿੰਦੇ ਸੀ ਜੀ। ਇਹ ਉਹਨਾਂ ਦਾ ਮਹਿਲ ਹੈ ਮਹਾਰਾਜਾ ਸਾਹਿਬ ਦਾ। ਕੁਝ ਰਿਪੇਅਰ ਚੱਲਦੀ ਪਈ ਹੈ ਅੰਦਰ। ਕੁਛ ਇਹਨਾਂ ਦਾ रिपेयर का काम चल रहा है। और सामने बहुत खूबसूरत पूरा दूर दूर तक वो सामने कोई झील जी है बतकां बुतकां च। रोब उन्हों का इत्थे भी भाजी पूरा ही होना है उस हिसाब नाल जिन्नी की जगह है जिस हिसाब नाल किले कुले या महल। महाराजा साहब इत्थे हैं ठोक के जानी महारानी ਦੇ ਜੇ ਕੋਈ ਬੰਦਾ ਉਸ ਸਮੇਂ ਵਿਕਟੋਰੀਆ ਦੇ ਕੋਲੇ ਕੋਈ ਜਾ ਸਕਦਾ ਸੀ ਬਿਨਾਂ ਰੋਕ ਟੋਕ ਤੋਂ ਮਹਾਰਾਜਾ ਸੀਗੀ ਉਸ ਟਾਈਮ। ਇਹਨਾਂ ਨੂੰ ਇੰਨੀ ਅਥਾਰਟੀ ਸੀਗੀ ਉੱਥੇ। अंदर जाके देखिए जा सकते हैं। ਹਾਂਜੀ ਦੇਖਦੇ ਜੇ ਡੋਰ ਓਪਨ ਆ ਤਾਂ ਆਪਾਂ ਚੱਲਦੇ ਆਂ ਅੰਦਰ। ਸੋ गुरु औजला भाजी ट्राई कर रहे हैं शायद मेरे ख्याल बंद है। ਕੰਮ ਚੱਲਦਾ नेड़े जाके देखते हैं। ਲੋਕ ਹੈ। इस दरवाजे तो महाराजा साहब ताले लगे हुए। बहुत ही खूबसूरत और खूबसूरत दे नाल नाल एक दुखांत भी है कि साडा पंजाब दा महाराजा एशिया दा इन्ना वड्डा महाराजा और किहड़ियां चालां दे विच ਸਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਇਤਿਹਾਸ ਪੜ੍ਹਿਆ ਨਹੀਂ ਹੋਣਾ। ਮਹਾਰਾਜਾ ਸਾਹਿਬ ਤੇ ਜਿਹੜੀ ਫਿਲਮ ਵੀ ਬਣੀ ਸੀ ਉਹ ਵੀ ਨਹੀਂ ਜ਼ਿਆਦਾਤਰ ਸਾਡੇ ਵਿੱਚੋਂ ਬੰਦਿਆਂ ਨੇ ਦੇਖੀ ਹੋਣੀ ਹੈ। ਬੱਚਿਆਂ ਨੂੰ ਪੜ੍ਹਾਇਓ, ਆਪ ਵੀ ਪੜ੍ਹਿਓ। ਯਕੀਨਨ ਪਰਸਨੈਲਿਟੀ ਦੇ ਵਿੱਚ ਚੇਂਜ ਕੁਝ ਬਹੁਤ ਅਲੱਗ ਜਿਹਾ ਚੇਂਜ ਆਏਗਾ ਕਿ ਇਹ ਸਾਡਾ ਵਿਰਸਾ ਹੈ, ਸਾਡੀ ਵਾਰਿਸ ਪੰਜਾਬ ਦੇ ਅਸਲੀ ਵਾਰਿਸ ਪੰਜਾਬ ਦੇ ਜਿਹੜੇ ਸੀ ਹੈ। ਅਸੀਂ ਤਾਂ ਕੋਸ਼ਿਸ਼ਾਂ 'ਚ ਲੱਗੇ ਹੋਏ ਹਾਂ। जब मैं आ रहा सी ध्यान दे हुए मैं सोच रही कि यह गल बोलांगा उत्थे जाके तो भाजी ने एकदम ही दसता कि महाराजा साहब दी ਆਪਾਂ ਕਰਕੇ ਤੁਸੀਂ ਜਿਹੜੀ ਈਮੇਲ ਕਹੋਗੇ ਆਪਾਂ ये थेडफोर्ड कोई टाउन है, शहर है जो लंडन का। ਇਹਦੀ ਖਾਸੀਅਤ ਤੁਹਾਨੂੰ ਦੱਸਦੇ ਹਾਂ। ਇਹਨੂੰ ਅੱਜ ਕੱਲ੍ਹ ਮਹਾਰਾਜਾ ਦਲੀਪ ਸਿੰਘ ਜੀ ਦੇ ਨਾਮ ਤੇ ਵੀ ਜਾਣਿਆ ਜਾਂਦਾ ਹੈ। ਉਹ ਸਾਹਮਣੇ ਮਹਾਰਾਜਾ ਰਣਜੀਤ ਦਲੀਪ ਸਿੰਘ ਜੀ ਦੀ ਸਟੈਚੂ ਲੱਗਿਆ ਹੋਇਆ, ਉੱਥੇ ਲੈ ਕੇ ਜਾਂਦੇ ਹਾਂ। ਦੋਗੇ ਆਪਾਂ ਉਹਦੇ ਤੇ ਪੁੱਛ ਲਿਓ ਬਈ ਗ੍ਰੀਨ ਸਕਰੀਨ ਤੇ ਚਾਹੀਦੀ ਜਾਂ ਪਿੱਛੇ ਆਪਾਂ ਲਾ ਕੇ ਬੈਕਗ੍ਰਾਉਂਡ ਫੇਸ ਤੁਹਾਨੂੰ ਭੇਜੀਏ, ਉਹ ਤੁਸੀਂ ਪੁੱਛ ਲਿਓ ਬਸ, ਤੇ ਬਾਕੀ ਆਪਾਂ ਇੱਥੋਂ ਕਰ ਦਿਆਂਗੇ। ਇਹ ਬਤਕਾਂ ਜੀਆਂ ਜੇ ਤੁਸੀਂ ਕੋਈ ਹੋਰ ਜਗ੍ਹਾ ਹੈ ਜਿੱਥੇ ਕਰਨੀ ਫਿਰ ਆਪਾਂ ਉੱਥੇ ਹੀ ਪਹੁੰਚ ਜਾਵਾਂਗੇ। ਗੋਰੇ ਉਹਨੂੰ ਪੜ੍ਹ ਕੇ ਆ ਰਹੇ ਨੇ ਕਿ ਉੱਥੇ ਕੀ ਲਿਖਿਆ।
ਔਰ ਠੀਕ ਹੈ ਜੀ। ਚਲੋ ਠੀਕ ਹੈ ਜੀ, ਠੀਕ ਹੈ। ਤੇ ਮੈਂ ਨਾ ਤੁਹਾਡੇ 15 ਕੁ ਮਿੰਟਾਂ 'ਚ ਫਿਰ ਤੇ ਬਸ ਉਹ ਮਹਾਰਾਜਾ ਉੱਤੇ ਜਿੱਥੇ ਮਹਾਰਾਜਾ ਸਾਹਿਬ ਦਾ ਸਟੈਚੂ ਆ ਉੱਤੇ ਸੀਗੇ ਜੀ, ਤੇ ਇੱਥੋਂ ਦੇਖ ਕੇ ਬਸ ਅਸੀਂ ਸਿੱਧਾ ਗੱਡੀ 'ਚ ਹੀ ਆ, ਮੈਂ ਤੁਹਾਡੀ ਗੱਲ ਇਹ ਥੱਲੇ ਖੰਡਾ ਲੱਗਿਆ ਔਰ ਨਾਲ ਲਿਖਿਆ ਦੇਗ ਦੇਗ ਫਤਿਹ। ਅੱਛਾ ਓਕੇ ਚਲੋ ਕੋਈ ਨਹੀਂ ਜਿੱਥੇ ਤੁਸੀਂ ਕਹੋਗੇ ਆਪਾਂ ਮਹਾਰਾਜਾ ਸਾਹਿਬ ਦਾ ਸਟੈਚੂ ਔਰ ਪੂਰੀ ਹਿਸਟਰੀ ਲਿਖੀ ਹੋਈ ਹੈ। ਅੱਛਾ ਹਾਂਜੀ ਉਹ ਬੰਦ ਹੋਇਆ ਉਹਦਾ ਤਕਰੀਬਨ 21 ਅਪ੍ਰੈਲ ਤੱਕ ਚੱਲ ਜੂਗਾ। ਪੂਰੀ ਹਿਸਟਰੀ ਲਿਖੀ ਹੈ ਔਰ ਥੱਲੇ ਇਹਦੇ ਸਭ ਤੋਂ ਕਿ ਉਹਨਾਂ ਨੇ ਪੂਰੀ ਲਾਈਫ ਕਿੱਦਾਂ ਕੀ ਕੁਛ ਉਹਨਾਂ ਦੇ ਨਾਲ ਹੋਇਆ, ਕਿੱਦਾਂ ਮਹਾਰਾਜਾ ਪੰਜਾਬ ਤੋਂ ਚੱਲ ਕੇ ਇੱਥੇ ਤੱਕ ਦੀ ਉਹਨਾਂ ਦਾ ਸਫ਼ਰ ਪੂਰਾ ਲਿਖਿਆ। ਉਹ ਥੱਲੇ ਲਿਖਿਆ ਟੂ ਦਿਸ ਡੇ ਦ ਸਿੱਖ ਨੇਸ਼ਨ ਐਸਪਾਇਰਸ ਟੂ ਰੀਗੇਨ ਇਟਸ ਸੋਵਰਨਿਟੀ, ਕਿ ਸਿੱਖ ਅਜੇ ਵੀ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਲਈ ਅਜੇ ਵੀ ਲੜਦੇ ਪਏ ਨੇ। ਇੱਕ ਮਹਾਰਾਜਾ ਦੁਨੀਆ ਦੇ ਵਿੱਚ, ਇੱਕ ਹੀ ਪ੍ਰਿੰਸ ਸੀਗਾ ਗੋਰੇ, ਜਿਸ ਨੂੰ ਹਿੰਦੁਸਤਾਨ ਤੋਂ ਲੈ ਕੇ ਆਏ। ਕਈਆਂ ਨੂੰ ਸ਼ਾਇਦ ਇਹ ਗੱਲ ਚੰਗੀ ਨਾ ਲੱਗੇ, ਲੇਕਿਨ ਬਹੁਤ ਸਾਰੇ ਉੱਥੇ ਹੋਰ ਵੀ ਸੀਗੇ ਮਹਾਰਾਜੇ ਔਰ ਫਲਾਨ ਔਰ ਢੀਂਗ, ਔਰ ਨਾਮ ਲੈਂਦਾ ਫਿਰ ਲੋਕਾਂ ਨੂੰ ਤਕਲੀਫ ਹੋਣੀ ਹੈ। ਲੇਕਿਨ ਸਿਰਫ ਇੱਕ ਹੀ ਪ੍ਰਿੰਸ ਗੋਰੇ ਇੱਥੇ ਲੈ ਕੇ ਆਏ। ਹੋਰ ਬੜੇ ਸਾਰੇ ਸਟੇਟ, ਬੜੇ ਸਾਰੇ ਪ੍ਰਿੰਸ ਮਹਾਰਾਜਾ ਉੱਥੇ ਸੀਗੇ, ਲੇਕਿਨ ਕਿਸੇ ਨੂੰ ਇੱਥੇ ਲੈ ਕੇ ਨਹੀਂ ਆਏ। ਦੁਨੀਆ ਦੇ ਵਿੱਚੋਂ ਸਿਰਫ 2 ਪ੍ਰਿੰਸ, ਬਲੈਕ ਪ੍ਰਿੰਸ ਜਿਹਨਾਂ ਨੂੰ ਬੋਲਿਆ ਗਿਆ, ਉਹਨਾਂ ਨੂੰ ਅੰਗਰੇਜ਼ ਇੱਥੇ ਲੈ ਕੇ ਆਏ ਸੀਗੇ। ਇਹਨਾਂ ਵਿੱਚੋਂ ਇੱਕ ਜੋ ਸੀ ਉਹ ਆਸਟ੍ਰੇਲੀਆ ਤੋਂ ਸੀਗੇ ਔਰ ਇੱਕ ਮਹਾਰਾਜਾ ਦਲੀਪ ਸਿੰਘ ਜੀ ਸੀਗੇ। ਭਾਜੀ ਮੈਂ ਥੱਲੇ ਪੜ੍ਹਿਆ ਹੁਣੇ ਕਿ ਲਿਖਿਆ ਹੋਇਆ ਕਿ ਸਿੱਖ ਅਜੇ ਵੀ ਆਪਣੀ ਸੋਵਰਨਿਟੀ ਦੇ ਲਈ, ਹਾਂਜੀ ਆਪਣੇ ਪਰਲੇ ਦੇਸ਼ ਪਾਸੇ ਦੇ ਬਾਈ ਲਈ। ਜੀ ਪੰਜਾਬੀ 'ਚ ਲਿਖਿਆ ਹੋਇਆ, ਓਕੇ, ਕਿਉਂਕਿ ਇੰਗਲਿਸ਼ ਜੇ ਆਪਣੇ ਬੰਦਿਆਂ ਨੂੰ ਕਈਆਂ ਨੂੰ ਮੈਂ ਇੱਧਰ ਦੇਖਿਆ ਨਹੀਂ, ਲੈਂਗੁਏਜ ਨਹੀਂ, ਆ ਪ੍ਰੋਪਰ ਪੰਜਾਬੀ 'ਚ ਲਿਖਿਆ ਹੋਇਆ ਜੀ। ਲਓ ਜੀ, ਇਹ ਪੂਰਾ ਮਹਾਰਾਜਾ ਦਲੀਪ ਸਿੰਘ, ਸਿੱਖਾਂ ਦੇ ਆਖਰੀ ਬਾਦਸ਼ਾਹ, ਜਿਨ੍ਹਾਂ ਨੂੰ ਸਿੱਖ ਰਾਜ ਦੇ ਖੁੱਸਣ ਉਪਰੰਤ ਅੰਗਰੇਜ਼ ਨੇ ਬੰਦੀ ਬਣਾ ਕੇ ਇੰਗਲੈਂਡ ਲੈ ਆਂਦਾ। ਮਹਾਰਾਜਾ ਨੇ ਸਿੱਖ ਰਾਜ ਨੂੰ ਮੁੜ ਸਥਾਪਿਤ ਕਰਨ ਲਈ ਆਖਰੀ ਦਮ ਤੱਕ ਜੱਦੋ-ਜਹਿਦ ਕੀਤੀ। ਅੱਜ ਵੀ ਇਸ ਸੁਪਨੇ ਨੂੰ ਸਾਕਾਰ ਕਰਨ ਲਈ ਸਿੱਖ ਨਿਤਾ ਪ੍ਰਤੀ ਰਾਜ ਕਰੇਗਾ ਖਾਲਸਾ ਅਰਦਾਸ ਕਰਦਾ ਹੈ ਅਤੇ ਮੰਤਵ ਦੀ ਪੂਰਤੀ ਲਈ ਸੰਘਰਸ਼ਸ਼ੀਲ ਹੈ। ਭਾਈ ਬਸ ਸ਼ੇਖੀ ਮਾਰਨ ਵਾਲੀ ਗੱਲ ਨਹੀਂ ਹੈ। ਆਪਣੀ ਕੌਮ ਹੈ ਤਾਂ ਮਤਲਬ ਕਮਾਲ, ਨਿਆਰੀ, ਜਿਹਨੂੰ ਕਹਿੰਦੇ ਕਿ ਵੀ ਦੁਨੀਆ ਦੇ ਵਿੱਚ ਆ ਨਹੀਂ ਹੋ ਸਕਦਾ ਜੋ ਕੁਛ ਹਿੰਦੁਸਤਾਨ ਦੇ ਵਿੱਚ ਵੀ। ਬਿਲਕੁਲ ਜੀ, ਇਹ ਜਿਨ੍ਹਾਂ ਦਾ ਰਾਜ ਆ ਉੱਥੇ ਉਸ ਧਰਤੀ ਦੇ ਉੱਤੇ ਖੜ ਕੇ ਆਹ ਲਿਖ ਦੇਣਾ ਗੱਲ ਕਿ ਵੀ ਸਾਡੇ ਮਹਾਰਾਜਾ ਸਾਹਿਬ ਨੂੰ ਬੰਦੀ ਬਣਾ ਕੇ ਲੈ ਆਈ ਸੀ। ਇਹ ਗੋਰਿਆਂ ਨੇ, ਬਹੁਤ ਤਕੜੀ ਗੱਲ ਹੈ। ਗੋਰਿਆਂ ਨੇ ਆਪ ਲਿਖਿਆ ਹੋਇਆ, ਲਿਖਵਾਇਆ ਉਹਨਾਂ ਤੋਂ ਜੀ। ਨਾਲੇ ਜਦੋਂ ਇਹ ਉਦਘਾਟਨ ਕਰਾਇਆ ਤੇ ਰਾਇਲ ਫੈਮਿਲੀ ਦੇ ਜਿਹੜੇ ਮੈਂਬਰ ਉਹ ਇੱਥੇ ਸੀਗੇ ਉਸ ਟਾਈਮ। ਰਾਇਲ ਫੈਮਿਲੀ ਕਿਤੇ ਸਾਡੇ ਸਿੱਖਾਂ ਦੀ ਪਾਵਰ ਹੈ, ਬਸ ਸਾਨੂੰ ਸਮਝਣ ਦੀ ਲੋੜ ਹੈ। ਜਿਵੇਂ ਸੰਤ ਜਰਨੈਲ ਸਿੰਘ ਜੀ ਨੇ ਕਿਹਾ ਸੀ ਕਿ ਕਿਸੇ ਇੰਡੀਆ ਵਾਲੇ ਪਾਸਿਓਂ 84 ਤੋਂ ਪਹਿਲਾਂ ਇਹ ਗਿਆ ਕਿ ਵੀ ਸਿੱਖ ਜਿਹੜੇ ਨੇ ਉਹ ਲੂਣ ਬਰੋਬਰ ਹੀ ਨੇ ਆਟੇ ਦੇ ਵਿੱਚ, ਤੇ ਇਹਨਾਂ ਨੂੰ ਮਸਲ ਕੇ ਰੱਖਦੇ ਆ, ਖਤਮ ਕਰਦੇ ਆ। ਸੰਤ ਜਰਨੈਲ ਸਿੰਘ ਜੀ ਕਹਿੰਦੇ ਭਲਾ ਲੂਣ ਬਰੋਬਰ ਹੈ, ਲੂਣ ਆਟੇ ਜੇ ਥੋੜਾ ਜਿਹਾ ਵੀ ਜ਼ਿਆਦਾ ਪੈ ਜੇ ਨਾ ਬੁਰਕੀ ਲੰਘਾਉਣੀ ਔਖੀ ਹੋ ਜਾਂਦੀ ਹੈ। ਬਸ ਪਾਵਰ ਸਮਝਣੀ ਜ਼ਰੂਰੀ ਹੈ। ਖੈਰ ਕਦੀ ਤਾਂ ਸਮਝਣਗੇ, ਕਦੀ ਤਾਂ ਸੁਪਨਾ ਪੂਰਾ ਹੋਏਗਾ ਹੀ। ਰਾਜ ਕਰੇਗਾ ਖਾਲਸਾ।